बनस्पत मह बैसंतर सगल दूध मैं किया। ऊच नीच मैं जोत समाणी खट खट माधो जिया। चवर तखत छत्र दे मालक जुग जुग टल गुरता गद्दी उपर सुबाए मान। दसां पातशाहियां दी जगदी जोत धन 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 साहिब श्री गुरु ग्रंथ साहिब जी महाराज सच्चे पातशाह जी। तिन्हां दी हजूरी विच सुभाईमान गुरु रूप गुरु प्यारी गुरु सवारी गुरु खालसा साध संगत जीओ। वाहिगुरु जी का खालसा वाहिगुरु जी की फतेह। सतगुरु जी की अपार किरपा रहमत बख्शिश साडे ते होई है। ਅੰਮ੍ਰਿਤ ਵੇਲੇ ਗੁਰੂ ਗੋਦੀ ਦਾ ਨਿੱਘ ਮਾਣਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸੋ ਆਓ ਜਿੰਨਾ ਕੁ ਸਮਾਂ ਸਤਿਗੁਰੂ ਜੀ ਬਖਸ਼ਦੇ ਹਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਭਰੀਏ ਹਾਜ਼ਰੀਆਂ। ਜਿੱਥੇ ਤਨ ਕਰਕੇ ਪਹੁੰਚੇ ਉੱਥੇ ਮਨ ਨੂੰ ਵੀ ਹਾਜ਼ਰ ਕਰੀਏ ਤੇ ਗੁਰੂ ਦੇ ਸ਼ਬਦ ਤੋਂ ਪੂਰਾ ਪੂਰਾ ਲਾਹਾ ਮਾਣੀਏ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ। ਸਤਿਗੁਰੂ ਜੀ ਕਹਿੰਦੇ ਅੰਮ੍ਰਿਤ ਦਾ ਵੇਲਾ ਅੰਮ੍ਰਿਤ ਵੇਲਾ ਸੁਬਹ ਵਕਤ ਸਵੇਰੇ ਸਵਖਤੇ ਅੰਮ੍ਰਿਤ ਵੇਲੇ ਭਿੰਨੀ ਰਹਿਨੜੀਏ ਚਮਕਣ ਤਾਰੇ ਜਾਗਹਿ ਸੰਤ ਜਨਾ ਮੇਰੇ RAM ਪਿਆਰੇ। ਆਪਾਂ ਅੱਗੇ ਵਿਚਾਰਾਂ ਸੁਣੀਆਂ ਕਿ 4 ਪਹਿਰਾਂ ਦਾ ਦਿਨ ਤੇ 4 ਪਹਿਰਾਂ ਦੀ ਰਾਤ ਹੁੰਦੀ ਹੈ। ਜਿਹੜਾ ਸਵੇਰ ਦਾ ਜਿਹੜਾ ਲਾਸਟ ਪਹਿਰ ਆ ਰਾਤ ਦਾ 3 ਤੋਂ ਲੈ ਕੇ 6 ਵਜੇ ਤੱਕ ਇਸ ਪਹਿਰ ਦੇ ਵਿੱਚ ਪਰਮਾਤਮਾ ਪਰਮੇਸ਼ਰ ਦੀ ਬੰਦਗੀ ਕੀਤੀ ਜਾਂਦੀ ਨਾਮ ਜਪਿਆ ਜਾਂਦਾ ਹੈ। ਪਹਿਲੇ ਪਹਿਰੇ ਹਰ ਕੋਈ ਜਾਗੇ ਦੂਜੇ ਪਹਿਰੇ ਭੋਗੀ ਤੀਜੇ ਪਹਿਰੇ ਤਸਕਰ ਜਾਗੈ ਚੌਥੇ ਪਹਿਰੇ ਜੋਗੀ। ਜਿਹੜੇ ਪਰਮਾਤਮਾ ਦੇ ਵਿੱਚ ਇੱਕਮਿਕ ਹੈ ਜੋਗੀ ਹੈ ਕਿ ਜਿਹਨੂੰ ਜੋਗੀ ਕਹਿੰਦੇ ਆ। ਜਿਹਨੇ ਪਰਮਾਤਮਾ ਪਰਮੇਸ਼ਰ ਨੂੰ ਪਿਆਰ ਕੀਤਾ ਹੋਇਆ ਤੇ ਉਦੋਂ ਉਹ ਪਰਮਾਤਮਾ ਦੀ ਪ੍ਰਾਪਤੀ ਕਰਨ ਵੱਲ ਤੁਰ ਪਿਆ ਉਹਨੂੰ ਜੋਗੀ ਕਹਿੰਦੇ ਆ। ਜਿਹਨੂੰ ਅੰਦਰ ਰੰਗ ਲੱਗ ਗਿਆ ਤੇ ਸਤਿਗੁਰੂ ਜੀ ਕਹਿੰਦੇ ਚੌਥੇ ਪਹਿਰ ਰਾਤ ਦਾ ਜਿਹੜਾ ਪਹਿਲਾ ਪਹਿਰ ਹੈ 6 ਤੋਂ 9, ਦੂਸਰਾ ਪਹਿਰ 9 ਤੋਂ 12, ਤੀਸਰਾ ਪਹਿਰ 12 ਤੋਂ 3 ਤੇ ਚੌਥਾ ਪਹਿਰ 3 ਤੋਂ 6 ਅੰਮ੍ਰਿਤ ਵੇਲਾ। ਗੁਰ ਸਤਿਗੁਰ ਕਾ ਜੋ ਸਿੱਖ ਖਾਵੈ ਸੋ ਭਲਕੇ ਉਠ ਹਰਿ ਨਾਮ ਧਿਆਵੈ। ਭਲਕੇ ਉਠ ਹਰਿ ਨਾਮ ਧਿਆਏ। ਸਤਿਗੁਰੂ ਜੀ ਕਹਿੰਦੇ ਉਹ ਅੰਮ੍ਰਿਤ ਵੇਲੇ ਉੱਠ ਕੇ ਨਾਮ ਧਿਆਉਂਦਾ ਹੈ ਉਦਮ ਕਰਕੇ। ਆਲਸੀ ਨਹੀਂ ਗੁਰੂ ਦਾ ਸਿੱਖ ਅੰਮ੍ਰਿਤ ਵੇਲੇ ਉਦਮ ਕਰਦਾ ਹੈ। ਉਦਮ ਕਰਕੇ ਅੰਮ੍ਰਿਤ ਵੇਲੇ ਉੱਠਦਾ ਹੈ ਤੇ ਫਿਰ ਉਹਦਾ ਨਾਮ ਜਪਦਾ, ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦਾ ਹੈ। ਜੋ ਪਰਮਾਤਮਾ ਨੇ ਸਾਨੂੰ ਦਿੱਤਾ ਉਹਦਾ ਸ਼ੁਕਰਾਨਾ ਕਰਨਾ। ਸਭ ਨੂੰ ਸੱਚਾ ਸ਼ੁਕਰਾਨਾ ਇਹ ਹੈ ਕਿ ਪਰਮਾਤਮਾ ਦਾ ਨਾਮ ਜਪਣਾ, ਉਹਦੀ ਬੰਦਗੀ ਕਰਨੀ, ਉਹਦਾ ਸਿਮਰਨ ਕਰਨਾ, ਅੰਮ੍ਰਿਤ ਵੇਲੇ ਨੂੰ ਸੰਭਾਲਣਾ। ਸਭ ਨੂੰ ਵੱਡਾ ਸ਼ੁਕਰਾਨਾ ਹੈ ਪਰਮਾਤਮਾ ਦਾ, ਉਹਦਾ ਨਾਮ ਜਪਣਾ। ਤੇ ਸਤਿਗੁਰੂ ਜੀ ਕਹਿੰਦੇ ਜਿਹੜਾ ਗੁਰੂ ਦਾ ਸਿੱਖ ਹੈ ਗੁਰ ਸਤਿਗੁਰ ਕਾ ਜੋ ਸਿੱਖ ਅਖਾਵੈ ਸੋ ਭਲਕੇ ਉਠ ਹਰਿ ਨਾਮ ਧਿਆਵੈ। ਸਤਿਗੁਰੂ ਜੀ ਕਹਿੰਦੇ ਉਹ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਦਾ ਪਰਮਾਤਮਾ ਦਾ। ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੈ ਅੰਮ੍ਰਿਤ ਸਰ ਨਹਾਵੈ। ਉਦਮ ਕਰਦਾ ਹੈ, ਆਲਸੀ ਬਣ ਕੇ ਸੁੱਤਾ ਨਹੀਂ ਰਹਿੰਦਾ ਗੁਰੂ ਦਾ ਸਿੱਖ। ਅੰਮ੍ਰਿਤ ਵੇਲੇ ਉੱਠਣਾ ਸ਼ੇਰ ਨਾਲ ਲੜ ਪਿਆ ਇੱਕ ਬਰੋਬਰ ਹੈ। ਇੱਕ ਪਾਸੇ ਸ਼ੇਰ ਨਾਲ ਜੰਗ ਕਰ ਲਿਆ, ਇੱਕ ਪਾਸੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪ ਲਿਆ। ਖਾਲਸਾ ਸੋ ਜੋ ਚੜ੍ਹੈ ਤਰੰਗ ਖਾਲਸਾ ਸੋ ਜੋ ਕਰੈ ਨਿਤ ਜੰਗ। ਸਤਿਗੁਰੂ ਜੀ ਕਹਿੰਦੇ ਖਾਲਸਾ ਉਹੀ ਉਹ ਜਿਹੜਾ ਮਨ ਰੂਪ ਘੋੜੇ 'ਤੇ ਸਵਾਰ ਹੁੰਦਾ। ਤਰੰਗ ਕਹਿੰਦੇ ਘੋੜੇ ਨੂੰ
ਤੇ ਖਾਲਸਾ ਉਹੀ ਜਿਹੜਾ ਮਨ ਨਾਲ ਜੰਗ ਕਰਦਾ ਹੈ, ਅੰਮ੍ਰਿਤ ਵੇਲੇ ਉੱਠਦਾ ਹੈ, ਕਿਉਂਕਿ ਮਨ ਕਹਿੰਦਾ ਹੋਰ ਸੌਂ। ਹੁਣ ਬੜੀ ਵਧੀਆ ਨੀਂਦ ਆਉਂਦੀ ਹੈ, ਮਨ ਕਹਿੰਦਾ ਹੋਰ ਸੌਂ ਲੈ, 10 ਮਿੰਟ 15 ਮਿੰਟ ਘੰਟਾ 2 ਘੰਟੇ ਹੋਰ ਸੌਂ ਲੈ। ਆਪਾਂ ਆਮ ਹੀ ਸੁਣਿਆ ਵੀ ਸਵੇਰੇ ਸਵੇਰੇ ਤਾਂ ਨੀਂਦ ਜਿਹੜੀ ਬੜੀ ਵਧੀਆ ਆਉਂਦੀ ਹੈ, ਉੱਠਣ ਨੂੰ ਜੀ ਨਹੀਂ ਕਰਦਾ। ਕਿਉਂ? ਕਿਉਂਕਿ ਕਲਯੁਗ ਜਿਹੜਾ ਹੈ ਉਹ ਜੁੱਲੜ ਪਾ ਦਿੰਦਾ ਸਾਰੇ ਸੰਸਾਰ 'ਤੇ। ਕਲਯੁਗ ਜੁੱਲੜ ਪਾ ਦਿੰਦਾ ਸੰਸਾਰ 'ਤੇ ਆਲਸ ਦਾ। ਅਤੇ ਫਿਰ ਅੰਮ੍ਰਿਤ ਵੇਲੇ ਆਪਾਂ ਦੇਖਦੇ ਹਾਂ ਬੜੀ ਨੀਂਦ ਆਉਂਦੀ ਹੈ। ਸਾਰੀ ਸਾਰੀ ਰਾਤ ਬੰਦਾ ਡੀਜੇ 'ਤੇ ਭੰਗੜੇ ਪਾਉਂਦਾ ਰਹਿੰਦਾ, ਪਰ ਅੰਮ੍ਰਿਤ ਵੇਲੇ ਉਹ ਵੀ ਸੌਂ ਜਾਂਦਾ ਹੈ। ਰੋਗੀ ਸਾਰੀ ਸਾਰੀ ਰਾਤ ਬਿਲਕਦਾ ਰਹਿੰਦਾ, ਪਰ ਜਦੋਂ ਅੰਮ੍ਰਿਤ ਵੇਲਾ ਹੁੰਦਾ ਉਹਨੂੰ ਵੀ ਨੀਂਦ ਆ ਜਾਂਦੀ ਹੈ। ਸਾਰੀ ਸਾਰੀ ਰਾਤ ਬੰਦੇ ਤੁਰੇ ਫਿਰਦੇ ਆ, ਪਰ ਜਦੋਂ ਅੰਮ੍ਰਿਤ ਵੇਲਾ ਹੁੰਦਾ ਸਭ ਨੂੰ ਨੀਂਦ ਆ ਜਾਂਦੀ। ਕਿਉਂ? ਕਿਉਂਕਿ ਕਲਯੁਗ ਜਿਹੜਾ ਹੈ ਆਪਣਾ ਭਿਆਨਕ ਜੁੱਲੜ ਸੰਸਾਰ 'ਤੇ ਪਾ ਦਿੰਦਾ ਹੈ। ਅਤੇ ਉਸ ਸੰਸਾਰ ਜਿਹੜਾ ਸੰਸਾਰ 'ਤੇ ਜੁੱਲੜ ਪਾਇਆ ਕਲਯੁਗ ਨੇ ਆਲਸ ਦਾ, ਉਹਦੇ ਵਿੱਚੋਂ ਕੋਈ ਉੱਠ ਨਹੀਂ ਸਕਦਾ। ਪਰ ਉੱਠਦਾ ਕੋਈ ਗੁਰੂ ਦੀ ਕਿਰਪਾ ਵਾਲਾ ਹੈ। ਉੱਠਦਾ ਹੈ। ਜਦੋਂ ਕਲਯੁਗ ਮਿਲਿਆ ਸੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ, ਕਹਿੰਦੇ ਉਹਦੇ 'ਤੇ ਕਲਯੁਗ ਦੇ ਉੱਤੇ ਕਹਿੰਦੇ ਜੁੱਲੜ ਬੜਾ ਭਿਆਨਕ ਲਿਆ ਹੋਇਆ ਸੀ, ਬੜਾ ਗੰਦਾ ਜੁੱਲੜ ਸੀ ਉਹਦੇ ਉੱਤੇ। ਅਤੇ ਉਹਦੇ ਵਿੱਚ ਦੀ ਮੋਰੀਆਂ ਸੀ, ਪਾਟਿਆ ਪਿਆ ਸੀ ਥਾਂ ਥਾਂ ਤੋਂ। ਅਤੇ ਸਤਿਗੁਰੂ ਜੀ ਨੇ ਪੁੱਛਿਆ ਵੀ ਇਹ ਕੀ ਹੈ, ਤੇਰੇ 'ਤੇ ਜੁੱਲੜ ਲਿਆ ਹੈ ਅਤੇ ਪਾਟਿਆ ਕਿਉਂ ਪਿਆ ਹੈ, ਥਾਂ ਥਾਂ 'ਤੇ ਮੋਰੇ ਨਿਕਲੇ ਪਏ ਆ। ਕਹਿਣ ਲੱਗਿਆ ਸਤਿਗੁਰੂ ਜੀ ਇਹ ਆਲਸ ਦਾ ਜੁੱਲੜ ਹੈ। ਜਦੋਂ ਅੰਮ੍ਰਿਤ ਵੇਲਾ ਹੁੰਦਾ ਤਾਂ ਮੈਂ ਸਾਰੇ ਸੰਸਾਰ 'ਤੇ ਪਾ ਦਿੰਦਾ, ਅਤੇ ਫਿਰ ਸਾਰਾ ਸੰਸਾਰ ਹੋਰ ਮੋਹ ਦੀ ਨੀਂਦ ਵਿੱਚ ਸੌਂ ਜਾਂਦਾ ਹੈ। ਹੋਰ ਬੰਦਾ ਉੱਠਣ ਨੂੰ ਜੀ ਨਹੀਂ ਕਰਦਾ, ਹੋਰ ਸੌਂਦਾ ਹੈ, ਹੋਰ ਸੌਂਦਾ ਹੈ। ਸਤਿਗੁਰੂ ਜੀ ਆਲਸ ਦਾ ਜੁੱਲੜ ਹੈ ਅਤੇ ਇਹਦੇ ਵਿੱਚ ਮੋਰੇ ਕਿਉਂ ਆ? ਸਤਿਗੁਰੂ ਜੀ ਜਿਹੜੇ ਤੈਨੂੰ ਪਿਆਰ ਕਰਦੇ ਆ, ਤੇਰੇ ਗੁਰਸਿੱਖ ਆ ਜਿਹੜੇ ਅੰਮ੍ਰਿਤ ਵੇਲਾ ਸੰਭਾਲਦੇ ਹੋਏ ਕਲਯੁਗ, ਇਹ ਮੇਰੇ ਜੁੱਲੜ ਨੂੰ ਵੀ ਪਾੜ ਕੇ ਖੜੇ ਹੋ ਜਾਂਦੇ ਆ ਮੋਰੇ ਇਹਦੇ ਵਿੱਚ। ਤਾਂ ਕਿਉਂਕਿ ਤੇਰੇ ਗੁਰਸਿੱਖ ਗੁਰੂ ਦੇ ਪਿਆਰੇ ਨਾਮ ਜਪਣ ਵਾਲੇ ਅੰਮ੍ਰਿਤ ਵੇਲੇ ਨੂੰ ਸੰਭਾਲਣ ਵਾਲੇ, ਕਹਿੰਦੇ ਉਹ ਪਾੜ ਕੇ ਨੂੰ ਖੜੇ ਹੋ ਜਾਂਦੇ ਆ, ਉੱਠ ਖੜ੍ਹਦੇ ਆ। ਇਸ ਕਰਕੇ ਤਾਂ ਇਹਦੇ ਵਿੱਚ ਮੋਰੇ ਹਨ। ਅਤੇ ਸਤਿਗੁਰੂ ਜੀ ਕਹਿੰਦੇ ਜਿਹਨੇ ਅੰਮ੍ਰਿਤ ਵੇਲਾ ਸੰਭਾਲ ਲਿਆ, ਜਿਹਦੇ ਕੋਲ ਅੰਮ੍ਰਿਤ ਵੇਲਾ ਉਹਦੇ ਕੋਲ ਸਭ ਕੁਝ ਹੀ ਹੈ। ਸਤਿਗੁਰੂ ਜੀ ਕਹਿੰਦੇ ਜਿਹਦੇ ਕੋਲ ਅੰਮ੍ਰਿਤ ਵੇਲਾ ਹੈ, ਗੁਰੂ ਨਾਨਕ ਨੇ ਉਹਦੇ ਤੋਂ ਲੁਕੋ ਕੇ ਕੁਝ ਨਹੀਂ ਰੱਖਿਆ। ਜਿਹਦੇ ਕੋਲ ਅੰਮ੍ਰਿਤ ਵੇਲੇ ਦਾ ਨਿਤਨੇਮ ਹੈ, ਸਤਿਗੁਰੂ ਨੇ ਵੀ ਉਹਦੇ ਫਿਰ ਖਜ਼ਾਨੇ ਭਰਪੂਰ ਕਰ ਦਿੱਤੇ, ਸਭ ਕੁਝ ਉਹਦੇ ਤੋਂ ਦੀ ਲਟਾ ਦਿੱਤਾ ਜਿਹਦੇ ਕੋਲ ਅੰਮ੍ਰਿਤ ਵੇਲਾ ਹੈ। ਅੰਮ੍ਰਿਤ ਵੇਲੇ ਪਰਮਾਤਮਾ ਦਾ ਨਾਮ ਜਪਿਆ ਅਤੇ ਸਤਿਗੁਰੂ ਜੀ ਕਹਿੰਦੇ ਸਾਰੀਆਂ ਭਾਵਨਾ ਪੂਰੀਆਂ ਹੋ ਜਾਂਦੀਆਂ, ਸਿਮਰਨ ਪ੍ਰਵਾਨ ਹੋ ਜਾਂਦਾ ਹੈ, ਗੁਰੂ ਦੀ ਖੁਸ਼ੀ ਹੋ ਜਾਂਦੀ ਹੈ। ਇਸ ਕਰਕੇ ਅੰਮ੍ਰਿਤ ਵੇਲੇ ਨੂੰ ਬੜੀ ਮਹਾਨਤਾ ਦਿੱਤੀ ਹੈ। ਕਈ ਕਹਿੰਦੇ ਜੀ ਹਰ ਵੇਲੇ ਅੰਮ੍ਰਿਤ ਵੇਲਾ ਹੀ ਹੈ, ਜਦੋਂ ਮਰਜ਼ੀ ਜਪ ਲਓ ਨਾਮ, ਜਦੋਂ ਮਰਜ਼ੀ ਜਾਇਓ ਗੁਰੂ ਘਰ। ਨਹੀਂ, ਸਤਿਗੁਰੂ ਜੀ ਕਹਿੰਦੇ ਅੰਮ੍ਰਿਤ ਵੇਲੇ ਜਾਣ ਦਾ ਬੜਾ ਫਾਇਦਾ ਹੈ। ਜਿਵੇਂ ਬੱਚਾ ਸਕੂਲ ਵਿੱਚ ਜਾਂਦਾ ਨਾ, ਉਹਦਾ ਕੋਈ ਟਾਈਮ ਹੈ ਵੀ ਇੰਨੇ ਵਜੇ ਤੇਰੀ ਹਾਜ਼ਰੀ ਲੱਗਣੀ, ਇੰਨੇ ਵਜੇ ਤੂੰ ਸਕੂਲ ਵਿੱਚ ਦਾਖਲ ਹੋਣਾ ਚਾਹੀਦਾ, ਹਾਜ਼ਰ ਹੋਣਾ ਚਾਹੀਦਾ, ਨਹੀਂ ਤਾਂ ਬਾਅਦ ਵਿੱਚ ਤੇਰੀ ਹਾਜ਼ਰੀ ਕੱਟੀ ਜਾਣੀ ਹੈ। ਜੇ ਬੱਚਾ ਕਵੇ ਨਹੀਂ ਜੀ ਜਦੋਂ ਮਰਜ਼ੀ ਜਾਇਓ ਸਕੂਲ, ਤਾਂ ਉੱਥੇ ਹੀ ਰਹਿਣਾ, ਜਦੋਂ ਮਰਜ਼ੀ ਜਾਓ ਸਕੂਲੇ, ਉਹ ਫਿਰ ਬੱਚਾ ਪੜ੍ਹ ਨਹੀਂ ਸਕਦਾ, ਉਹ ਫੇਲ ਹੋ ਜਾਂਦਾ, ਉਹ ਅਨਪੜ੍ਹ ਰਹਿ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਗੁਰੂ ਨਾਨਕ ਦੇ ਸਕੂਲ ਦਾ ਵੀ ਸਮਾਂ ਹੈ ਅੰਮ੍ਰਿਤ ਵੇਲੇ 3 ਤੋਂ ਲੈ ਕੇ 6 ਵਜੇ ਤੱਕ। ਪਰ ਕਈ ਆਪਣੇ ਬਹਾਨੇ ਰੱਖਦੇ ਆ ਮੂਹਰੇ ਵੀ ਜਦੋਂ ਮਰਜ਼ੀ ਜਾਇਓ ਜੀ। ਸਤਿਗੁਰੂ ਜੀ ਕਹਿੰਦੇ ਅੰਮ੍ਰਿਤ ਵੇਲੇ ਜਾ ਕੇ ਦੇਖੀ, ਜਿਹੜਾ ਅੰਮ੍ਰਿਤ ਵੇਲੇ ਆਨੰਦ ਆਉਣਾ ਉਹ ਬਾਅਦ ਵਿੱਚ ਨਹੀਂ ਆਉਣਾ। ਇਸ ਕਰਕੇ ਅੰਮ੍ਰਿਤ ਵੇਲਾ ਸੰਭਾਲ ਲਿਆ ਜਿਹਨੇ, ਉਹਦੇ ਕੋਲੇ ਸਭ ਕੁਝ ਹੀ ਪ੍ਰਾਪਤ ਹੋ ਜਾਂਦਾ ਹੈ। ਜਿਹਦੇ ਕੋਲੇ ਅੰਮ੍ਰਿਤ ਵੇਲਾ ਉਹਦੇ ਕੋਲੇ ਸਭ ਕੁਝ ਹੀ ਹੈ। ਜਿਹਨੇ ਅੰਮ੍ਰਿਤ ਵੇਲਾ ਗਵਾ ਦਿੱਤਾ, ਭਾਵੇਂ ਉਹ ਬੜੀਆਂ ਤਰੱਕੀਆਂ ਮਾਣ ਲੈਂਦਾ, ਜਿਹਦੇ ਕੋਲੇ ਅੰਮ੍ਰਿਤ ਵੇਲਾ ਨਹੀਂ ਉਹ ਬਰਬਾਦ ਹੈ, ਉਹ ਕੰਗਾਲ ਹੈ, ਉਹਦੇ ਨਾਲ ਗਰੀਬ ਹੀ ਕੋਈ ਨਹੀਂ, ਜਿਹਦੇ ਕੋਲੇ ਅੰਮ੍ਰਿਤ ਵੇਲਾ ਹੀ ਹੈ ਨਹੀਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਤਰੱਕੀਆਂ ਜਿੰਨੀਆਂ ਮਰਜ਼ੀ ਮਾਣ ਲਈ, ਜੇ ਕੋਈ ਅੰਮ੍ਰਿਤ ਵੇਲਾ ਤੇਰੇ ਕੋਲੇ ਨਹੀਂ ਹੈ, ਫਿਰ ਤੇਰੇ ਕੋਲੇ ਕੱਖ ਵੀ ਨਹੀਂ, ਕੁਝ ਵੀ ਨਹੀਂ। ਜੇ ਅੰਮ੍ਰਿਤ ਵੇਲੇ ਦਾ ਨਿਤਨੇਮ ਹੈ, ਸਿਮਰਨ ਹੈ, ਬਾਣੀ ਹੈ, ਫਿਰ ਤੇਰੇ ਕੋਲੇ ਸਭ ਕੁਝ ਹੀ ਹੈ। ਕਿਉਂਕਿ ਗੁਰੂ ਨਾਨਕ ਨੇ ਤਾਂ ਉਹਨੂੰ ਪਸੰਦ ਕਰਨਾ ਜਿਹਦੇ ਕੋਲੇ ਅੰਮ੍ਰਿਤ ਵੇਲਾ ਹੈ। ਪਰਮੇਸ਼ਰ ਨੇ ਉਹਨੂੰ ਪਸੰਦ ਕਰਨਾ ਜਿਹਦੇ ਕੋਲੇ ਅੰਮ੍ਰਿਤ ਵੇਲੇ ਦਾ ਨੇਮ ਹੈ, ਸਿਮਰਨ ਹੈ, ਬੰਦਗੀ ਹੈ। ਆ ਦੁਨੀਆ ਦੀਆਂ ਦਾਤਾਂ ਨੇ ਨਹੀਂ ਦੇਖਣੀਆਂ।
दुनिया दीयां दातां तां इत्थे रह जाणियां, संसार दे बड़े वड्डे वड्डे आए, पर गुरु ने उन्होंने पसंद किया जिन्हें अंमृत वेले उठ के नाम ध्याया, सिमरन किया, बंदगी की। गल्लां करन नूं बड़ियां वड्डियां वड्डियां बंदा कर लैंदा है, पर सतगुरु जी कहते नेम किन्ना क पक्का है, सिमरन किन्ना क है, बंदगी किन्नी क है, जिंदगी विच नेम की बनाए है, तू ये देखना है। सतगुरु जी कहते अंमृत वेले उठ के नाम ध्या, गुरु मूरे प्रवान हो जावेगा, फिर गुरु की खुशी हो जानी। जिवें आपां अगे विचार कीती है, जिहदे कोले अंमृत वेला उहदे कोले सब कुछ ही है। गुरु नानक ने उहदे तो लुको के कुछ नहीं रखिया, जिन्हें अंमृत वेला संभाल लिया। अंमृत वेले गुरु की मिठी बाणी जिन्हें पढ़ी, सिमरन किया, बंदगी की, उहनूं ध्याया, जिहड़ा सारे पासे वो परमात्मा रमिया होया है। अंमृत वेले उठ के ध्या के देखिए, बड़ा आनंद मिलता है, महा आनंद महारस आउंदा है। ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਜਪਦੇ परमात्मा ਦਾ नाम, बंदगी करते सिमरन, उन्होंने पता है कहबे को शोभा नहीं, देखा ही प्रवान। इस करके वो परमात्मा परमेश्वर वाहिगुरु जिहड़ा हर पासे रमिया होया है, जेकर उन्होंने ध्याउणा है तो वह समा है अंमृत वेला ध्याउण दा। याद विच हर वेले जुड़िया रहे, पर अंमृत वेले उठ के सिमरन बंदगी कर, नितनेम कर। सतगुरु का हुक्म है, गुर सतगुर का जो सिख अखावै, सो भलके उठ हर नाम ध्यावै। भलका अंमृत वेले नूं कहंदे। इस करके जिहड़ा उहनूं ध्याउंदा है, सतगुरु जी कहंदे उहदे ते खुशियां हुंदियां, वडियाइयां मिलदियां उहनूं। इस संसार विच सब कुछ प्राप्त हो जाता उहनूं, ते अगे परलोक विच जाके भी जय जयकारां हुंदियां। लोक सुखीए परलोक सुहेले हो जाते हैं जिहड़े उस परमात्मा नूं ध्याउंदे। ते सतगुरु जी कहंदे वो परमात्मा हर थां ते जर्रे जर्रे विच रमिया होया है। ਉਹਦੇ ਕੌਤਕਾਂ ਨੂੰ ਹੀ ਸਮਝਣਾ। ਜੇ ਉਹਦੇ ਕੌਤਕਾਂ ਨੂੰ ਸਮਝ ਲਿਆ ਤੇ ਉਹ ਹਰ ਪਾਸੇ ਦਿਸਣ ਲੱਗ ਪੈਣਾ ਹੈ। ਜੇ ਉਹਦੀ ਸੋਝੀ ਹੋ ਗਈ, ਫਿਰ ਅੰਮ੍ਰਿਤ ਵੇਲਾ ਕਦੇ ਛੱਡਦਾ ਨਹੀਂ। ਜੇ ਉਹ ਅੰਦਰ ਹੀ ਵਸ ਗਿਆ ਤੇ ਫਿਰ ਉਹਨੂੰ ਹਰ ਥਾਂ ਤੇ ਵਸਦਾ ਵੇਖ ਲਵੇਂਗਾ, ਤੇ ਫਿਰ ਉਹਦੇ ਹੁਕਮ ਨੂੰ ਵੀ ਜਾਣ ਲਵੇਂਗਾ। ਅੰਮ੍ਰਿਤ ਵੇਲੇ ਮੋਹ ਦੀ ਨੀਂਦ ਵਿੱਚ ਸੌਂਦਾ ਨਹੀਂ। ਜੇ ਉਹ ਅੰਦਰ ਵਸ ਗਿਆ, ਅੰਦਰ ਸਾਡੇ ਦੁਨੀਆ ਦੀਆਂ ਦਾਤਾਂ ਵਸੀਆਂ ਹੋਈਆਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਸਿਆ ਹੋਇਆ ਹੈ, ਸ਼ਬਦ ਸਪਰਸ਼ ਰੂਪ ਰਸ ਗੰਧ ਵਸਿਆ ਹੋਇਆ ਹੈ, ਵਿਸ਼ੇ ਵਿਕਾਰ ਵਸੇ ਹੋਏ ਆ, ਬੁਰੇ ਕੰਮ ਵਸੇ ਹੋਏ ਆ ਸਾਡੇ ਅੰਦਰ। ਕਿਉਂ? ਕਿਉਂਕਿ ਬੁਰੇ ਪਾਸੇ ਭੱਜ ਭੱਜ ਕੇ ਜਾਣੇ, ਚੰਗੇ ਪਾਸੇ ਜਾਣ ਨੂੰ ਚਿੱਤ ਨਹੀਂ ਕਰਦਾ, ਕਿਉਂਕਿ ਅੰਦਰ ਬੁਰਾਈਆਂ ਵਸੀਆਂ ਹੋਈਆਂ। ਇਸ ਕਰਕੇ ਜੇ ਅੰਦਰ ਚੰਗਿਆਈਆਂ ਵਸ ਗਈਆਂ, ਫਿਰ ਚੰਗੇ ਪਾਸੇ ਭੱਜ ਭੱਜ ਕੇ ਜਾਵੇਂਗਾ। ਜੇ ਅੰਦਰ ਨਾਮ ਵਸ ਗਿਆ ਤੇ ਫਿਰ ਨਾਮ ਵਾਲੇ ਪਾਸੇ ਖਿੱਚਿਆ ਤੁਰਿਆ ਆਵੇਂਗਾ। सतगुरु जी कहते अंदर बुराइयां वसियां हुई, परमात्मा परमेश्वर एक पासे किया होया। तो चंगी आवाज़ आउंदी बंदे दे अंदरों, पर उहनूं नप लैंदा, दबा लैंदा आवाज़ नूं। चंगी आवाज़ तो आउंदी परमात्मा दी, पर यह माड़ी सुन लैंदा, चंगी नूं सुनदा ही नहीं। चंगी आवाज़ किवें आउंदी है? अंदरों आवाज़ आउंदी किसी दा भला कर, पर जिहड़ी ईर्ख है वो भला करन नहीं दिंदी, उधरले पासे जान नहीं दिंदी। मैं इहदा क्यों भला करा, इन्हें किहड़ा मेरा कीता है। वो फिर आवाज़ परमात्मा की दबी गई। अंदरों आवाज़ आउंदी है नाम जप, फिर अंदरों आवाज़ आउंदी बुराई दी भी नाम जप के की मिलना, विषय विकार भोग मानाइयां कर। वो परमात्मा की जिहड़ी आवाज़ आउंदी सी वो दबी गई, तुरिया नहीं उहदे मगर उठ के। ते सतगुरु जी कहते विषय विकार हैवी हो गए, चंगियाइयां दबियां गईयां, बुराइयां उपर आ गईयां। जे चंगियाइयां नूं उपर लियाउंदा ते फिर तू गुरु मूरे प्रवान हो जाना सी, पर की होया? मन बुराइयां दे मगर लग पिया, उधरले पासे तुर पिया, चंगियाइयां दबियां गईयां। ते पर जिहड़ियां ये चंगियाइयां ते बुराइयां, ये इन्हां दा ही लेखा जोखा होना धर्मराज दी हजूरी विच, उहदी दरगाह विच। आप पढ़ते ना सलोक जपजी साहिब दा, चंगियाइयां बुराइयां वाचा धर्म हदूर। चंगियाइयां ते बुराइयां ही वाचियां जानियां, उत्थे देखियां जानियां धर्मराज की कचहरी विच भी किन्नियां तेरियां चंगियाइयां ते किन्नियां बुराइयां। जे चंगियाइयां बालियां होईयां ते फिर तां बख्शिया जावेंगा, जे बुराइयां बालियां होईयां ते फिर लेखा देना पैना है, नरकां विच सिट दिता जाना है। जे तैनूं गुरु नानक की बाणी ते विश्वास है तो फिर तैनूं ये भी विश्वास होना भी ये गल सच है। चंगियाइयां बुराइयां वाचा धर्म हदूर, करमी आपो अपनी किहने डैके दूर। सतगुरु जी कहते करमी जिहो जी करमी हो संसार ते, ओहो जे तैनूं फल मिलने आ, ते कोई नेड़े ते कोई दूर नहीं।
ਉੱਥੇ ਕਿਸੇ ਦੀ ਆਵਾਜ਼ ਨਹੀਂ ਸੁਣਨੀ, ਉੱਥੇ ਕਿਸੇ ਦੀ ਸਿਫਾਰਿਸ਼ ਨਹੀਂ ਚੱਲਣੀ, ਉੱਥੇ ਕਿਸੇ ਦਾ ਸਾਥ ਨਹੀਂ ਮਿਲਣਾ। ਜੇ ਚੰਗਿਆਈਆਂ ਤੇਰੀਆਂ ਫਿਰ ਤੈਨੂੰ ਬਖਸ਼ ਦਿੱਤਾ ਜਾਣਾ ਹੈ। ਕੋਈ ਨੇੜੇ ਤੇ ਕੋਈ ਦੂਰ ਨਹੀਂ, ਸਭ ਨਾਲ ਇੱਕੋ ਜਿਹਾ ਲੇਖਾ ਹੋਣਾ ਉੱਥੇ। ਕਿ ਨੇੜਾ ਕੇ ਦੂਰ, ਸਤਿਗੁਰੂ ਜੀ ਅੱਗੇ ਕਹਿੰਦੇ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ। ਜਿਨ੍ਹਾਂ ਨੇ ਨਾਮ ਜਪਿਆ, ਪਰਮਾਤਮਾ ਦਾ ਬੰਦਗੀ ਕੀਤੀ, ਉਹਨਾਂ ਨੇ ਮੁਸਕਤਾਂ ਘਾਲੀਆਂ ਇਸ ਸੰਸਾਰ ਵਿੱਚ ਰਹਿੰਦੇ ਹੋਏ। ਤੇ ਸਤਿਗੁਰੂ ਜੀ ਕਹਿੰਦੇ ਉਹ ਪਾਰ ਲੰਘ ਗਏ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਉਹ ਮੁਖ ਉਜਲੇ ਹੋ ਗਏ, ਉਹਨਾਂ ਨੂੰ ਦਰਗਾਹ ਵਿੱਚ ਸਲਾਮਾਂ ਹੋਈਆਂ, ਉਹਨਾਂ ਨੂੰ ਦਰਗਾਹ ਵਿੱਚ ਪ੍ਰਵਾਨ ਲਿਆ ਗਿਆ ਵੀ ਇਹ ਨਾਮ ਜਪ ਕੇ ਆਇਆ। ਇੱਕ ਪਰਮਾਤਮਾ ਪਰਮੇਸ਼ਰ ਨੂੰ ਅੰਦਰ ਵਸਾ ਕੇ ਆਇਆ। ਅੱਜ ਦੇ ਮੁੱਖ ਵਾਕ ਅੰਦਰ ਸਤਿਗੁਰੂ ਜੀ ਇਸੇ ਤਰ੍ਹਾਂ ਦੇ ਸਾਨੂੰ ਮੁੱਖ ਵਾਕ ਬਖਸ਼ ਰਹੇ ਆ ਕਿ ਉਹ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਸਾਰਿਆਂ ਥਾਵਾਂ 'ਤੇ ਰਮਿਆ ਹੋਇਆ ਹੈ। ਉਹਨੂੰ ਸਦਾ ਹੀ ਅੰਦਰ ਵਸਾ ਕੇ ਰੱਖਿਆ ਕਰੇ। ਨਾ ਸੋਚਿਆ ਕਰ ਕਿ ਮੈਨੂੰ ਕੋਈ ਦੇਖਦਾ ਹੀ ਨਹੀਂ, ਇਹ ਨਾ ਸੋਚਿਆ ਕਰਕੇ ਮੈਨੂੰ ਪਰਮਾਤਮਾ ਦੇਖਦਾ ਨਹੀਂ, ਮੈਨੂੰ ਵਾਹਿਗੁਰੂ ਦੇਖਦਾ ਨਹੀਂ। ਉਹ ਤਾਂ ਹਰ ਥਾਂ 'ਤੇ ਦੇਖਦਾ ਹੈ, ਉਹ ਤਾਂ ਤੇਰੇ ਸਦਾ ਹੀ ਅੰਦਰ ਹੈ। ਕਿੱਥੋਂ ਲੁਕੇਗਾ? ਲੁਕ ਆਪਾਂ ਸਕਦੇ ਹੀ ਨਹੀਂ ਪਰਮਾਤਮਾ ਤੋਂ। ਬੰਦੇ ਤੋਂ ਬੰਦਾ ਲੁਕ ਸਕਦਾ ਹੈ, ਦੁਨੀਆ ਤੋਂ ਲੁਕ ਸਕਦਾ, ਪਰ ਵਾਹਿਗੁਰੂ ਤੋਂ ਕਦੇ ਨਹੀਂ ਲੁਕ ਸਕਦਾ। ਇਹ ਬੰਦੇ ਨੂੰ ਭੁਲੇਖੇ ਪੈ ਜਾਂਦੇ ਆ, ਬੜੇ ਵੱਡੇ ਵੱਡੇ ਭਰਮ ਪੈ ਜਾਂਦੇ ਆ ਕਿ ਪਰਮਾਤਮਾ ਮੈਨੂੰ ਵੇਖਦਾ ਨਹੀਂ। ਉਹ ਰੱਬ ਵਾਹਿਗੁਰੂ ਹਮੇਸ਼ਾ ਹੀ ਦੇਖਦਾ ਹੈ। ਇਸ ਕਰਕੇ ਅੱਜ ਦੇ ਮੁੱਖ ਵਾਕ ਅੰਦਰ ਸਤਿਗੁਰੂ ਜੀ ਉਚਾਰਨ ਕਰਦੇ ਹਨ। ਸੋਰਠ ਮਹੱਲਾ ਪੰਜਵਾ, ਘਰ ਦੂਜਾ ਦੁਪਦੇ। ਰਾਗ ਸੋਰਠ ਅੰਦਰ ਗੁਰੂ ਪੰਚਮ ਪਾਤਸ਼ਾਹ ਦੀ ਬਾਣੀ ਹੈ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕਰ ਰਹੇ ਹਨ। ਘਰ ਦੂਜੇ ਅੰਦਰ ਦੋ ਪਦਾਂ ਵਾਲੀ ਬਾਣੀ ਹੈ, ਦੋ ਬੰਦਾਂ ਵਾਲੀ ਬਾਣੀ ਸਤਿਗੁਰੂ ਜੀ ਉਚਾਰਨ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਪਰਮਾਤਮਾ ਵਾਹਿਗੁਰੂ ਜੀ ਦੀ ਸਾਰੀ ਗੁਰਬਾਣੀ ਗੱਲ ਕਰਦੀ ਹੈ। ਸਾਰੀ ਗੁਰਬਾਣੀ ਦੇ ਵਿੱਚ ਇੱਕ ਓੰਕਾਰ ਤੋਂ ਲੈ ਕੇ 8 10 20 ਤੱਕ 1430 ਅੰਗ ਸਤਿਗੁਰੂ ਦੀ ਬਾਣੀ ਇੱਕ ਪਰਮਾਤਮਾ ਦੀ ਗੱਲ ਕਰਦੀ, ਦੂਜੀ ਕੋਈ ਗੱਲ ਹੀ ਨਹੀਂ ਹੈ। ਇੱਕ ਪਰਮਾਤਮਾ ਦੀ ਗੱਲ, ਜਿਨ੍ਹਾਂ ਨੂੰ ਉਹ ਪਰਮਾਤਮਾ ਨੂੰ ਜਿਨ੍ਹਾਂ ਨੇ ਜਪਿਆ ਉਹਨਾਂ ਦੀ ਗੱਲ, ਦੂਸਰੀ ਕੋਈ ਗੱਲ ਨਹੀਂ ਹੈ। ਇੱਕ ਪਰਮਾਤਮਾ ਓੰਕਾਰ, ਉਹਦੀ ਰਚਨਾ। ਓੰਕਾਰ ਉਹ ਪਰਮਾਤਮਾ ਨੇ ਸਭ ਕੁਝ ਬਣਾਇਆ ਹੋਇਆ ਹੈ। ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ ਨਾਲ ਉਸ ਪਰਮਾਤਮਾ ਨਾਲ ਜੁੜਿਆ ਜਾਂਦਾ ਹੈ। ਅਰਦਾਸ ਕਰੀਏ ਗੁਰੂ ਦੇ ਚਰਨਾਂ ਵਿੱਚ, ਸਤਿਗੁਰੂ ਜੀ ਸਾਨੂੰ ਵੀ ਨਾਮ ਦੀ ਦਾਤ ਬਖਸ਼ੋ, ਸਾਨੂੰ ਵੀ ਆਪਣੇ ਚਰਨਾਂ ਨਾਲ ਜੋੜ ਲਓ। ਕਿੰਨਾ ਚਿਰ ਅਸੀਂ ਤੇਰੇ ਨਾਲ ਟੁੱਟੇ ਰਵਾਂਗੇ। ਸਦਾ ਹੀ ਅਰਦਾਸ ਕਰਦੇ ਰਹੀਏ। ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਸਤਿਗੁਰੂ ਜੀ ਨੂੰ ਅਰਦਾਸ ਕਰੀਏ, ਸਤਿਗੁਰੂ ਜੀ ਕਿਰਪਾ ਕਰੋ, ਨਾਮ ਦੀ ਦਾਤ ਬਖਸ਼ੋ। ਸਤਿਗੁਰ ਪ੍ਰਸਾਦ, ਜਦੋਂ ਗੁਰੂ ਕਿਰਪਾ ਕਰਦਾ ਤੇ ਉਦੋਂ ਗੁਰੂ ਨਾਲ ਜੁੜਿਆ ਜਾਂਦਾ ਹੈ। ਜਦੋਂ ਗੁਰੂ ਰਹਿਮਤ ਕਰ ਦੇਵੇ ਉਦੋਂ ਨਾਮ ਮਿੱਠਾ ਲੱਗਦਾ ਹੈ, ਚੰਗਾ ਲੱਗਦਾ ਹੈ। ਨਾਮ ਨਾਲ ਪ੍ਰੀਤ ਪੈ ਜਾਂਦੀ ਹੈ। ਜਦੋਂ ਬੰਦੇ ਦੀ ਪ੍ਰੀਤ ਪੈ ਜਾਵੇ, ਜਿੱਥੇ ਬੰਦੇ ਦੀ ਪ੍ਰੀਤ ਪਈ ਹੋਈ ਹੈ ਨਾ, ਛੱਡਦਾ ਨਹੀਂ ਬੰਦਾ। ਸਰੀਰ ਭਾਵੇਂ ਛੱਡਣਾ ਪੈ ਜਾਵੇ, ਜਿੱਥੇ ਪ੍ਰੀਤ ਪਈ ਹੋਈ ਹੈ ਉਹਨੂੰ ਨਹੀਂ ਛੱਡਦਾ। ਪਰ ਸਤਿਗੁਰੂ ਜੀ ਕਹਿੰਦੇ ਜੇ ਪਰਮਾਤਮਾ ਨਾਲ ਪ੍ਰੀਤ ਪੈ ਗਈ ਤੇ ਫਿਰ ਇਹ ਸਰੀਰ ਦੀ ਪਰਵਾਹ ਨਹੀਂ ਕਰਨੀ ਤੂੰ। ਉਹ ਪਰਮਾਤਮਾ ਨਾਲ ਸੱਚਾ ਨਿਹੋ ਪੈ ਗਿਆ ਤੇ ਫਿਰ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਨੀ। ਪ੍ਰੀਤ ਪੈਂਦੀ ਨਹੀਂ, ਪ੍ਰੀਤ ਪੈ ਜਾਵੇ ਪਰਮਾਤਮਾ ਨਾਲ, ਪਰਮੇਸ਼ਰ ਨਾਲ, ਦੁਨੀਆ ਦੇ ਵਿਸ਼ੇ ਵਿਕਾਰਾਂ ਨਾਲ ਟੁੱਟ ਕੇ ਪ੍ਰੀਤ ਪੈ ਜਾਵੇ। ਹੁਣ ਕਿਸੇ ਦੀ ਨਸ਼ੇ ਨਾਲ ਪ੍ਰੀਤ ਲੱਗੀ ਹੋਈ ਹੈ, ਸਰੀਰ ਭਾਵੇਂ ਚਲਿਆ ਜਾਵੇ ਪਰ ਨਸ਼ਾ ਨਹੀਂ ਛੱਡਦਾ। ਕਿਸੇ ਦੀ ਕਾਮ ਨਾਲ ਪ੍ਰੀਤ ਪੈ ਗਈ, ਦੁਨੀਆ ਭਾਵੇਂ ਉਹਨੂੰ ਲੱਖ ਮਾੜਾ ਕਹੀ ਜਾਵੇ, ਉਹ ਪ੍ਰੀਤ ਨਹੀਂ ਛੱਡਦਾ। ਇਸੇ ਤਰ੍ਹਾਂ ਕਿਸੇ ਦੀ ਚੋਰੀ ਨਾਲ ਪ੍ਰੀਤ ਪੈ ਗਈ, ਚੋਰੀ ਨਹੀਂ ਛੱਡਦਾ ਭਾਵੇਂ ਕਿੰਨੀ ਕੁੱਟ ਪਈ ਜਾਵੇ। ਬੜੀਆਂ ਪ੍ਰੀਤਾਂ ਸੰਸਾਰ ਵਿੱਚ ਪੈ ਜਾਂਦੀਆਂ, ਪਰ ਜੇ ਪਰਮਾਤਮਾ ਨਾਲ ਸੱਚੀ ਪ੍ਰੀਤ ਪੈ ਗਈ ਤੇ ਫਿਰ ਉਹ ਪ੍ਰੀਤ ਪ੍ਰਵਾਨ ਹੋ ਜਾਣੀ ਹੈ। ਉਹ ਪਿਆਰ ਗੁਰੂ ਮੂਹਰੇ ਪ੍ਰਵਾਨ ਹੋ ਜਾਣਾ ਹੈ। ਗੁਰੂ ਨਾਲ ਪ੍ਰੀਤ ਪਾ ਲਈ, ਗੁਰੂ ਨੂੰ ਅਰਦਾਸ ਕਰੀ ਕਿ ਸਤਿਗੁਰੂ ਤੇਰੇ ਚਰਨਾਂ ਨਾਲ ਪ੍ਰੀਤ ਬਣ ਜਾਵੇ। ਸਤਿਗੁਰ ਪ੍ਰਸਾਦ। ਅੱਗੇ ਸਤਿਗੁਰੂ ਜੀ ਕਹਿੰਦੇ ਸਗਲ ਬਨਸਪਤ ਮਹਿ ਬੈ ਸੰਤਰ, ਸਗਲ ਦੂਧ ਮਹਿ ਕੀਆ। ਸਤਿਗੁਰੂ ਪੰਚਮ ਪਾਤਸ਼ਾਹ ਜੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਉਚਾਰਨ ਕਰਦੇ ਸਗਲ ਬਨਸਪਤ ਮਹਿ ਬੈ ਸੰਤਰ। ਬਨਸਪਤ ਕਹਿੰਦੇ ਬਨਸਪਤੀ,
सारे संसार की बनस्पति जिहड़ी धरती जो पैदा होंदी लकड़, सतगुरु जी कहते हर प्रकार की लकड़ विच अग है। भावें चंदन की लकड़ है, भावें निम की लकड़ है, भावें अक की लकड़ है। अक की लकड़ बड़ी माड़ी, चंदन की लकड़ बड़ी चंगी, पर अग दोनों विच ही है। सतगुरु पंचम पातशाह जी कहते सगल बनस्पत मह बह संतर, सारे प्रकार की बनस्पति विच बसंतर अग छुपी हुई है। दिसदी तां नहीं, साडे सामने दरख्त खड़ा बड़ा वड्डा, पर अग नहीं दिसदी, पर है उहदे विच ही। जदों लगदी है फिर पता लगदा है भी अग इहदे विच ही सी। एक तीली बाहरों ला दईए तो लकड़ां दा ढेर भावें किड्डा ही वड्डा होवे, सड़ के सवाह हो जांदा, विचों ही अग प्रगट हो जाती है। सगल बनस्पत सारे प्रकार की बनस्पति विच बैसंतर कहते अग नूं अग छुपी हुई है, पर लाउणी बाहरों पैंदी है। ये भी नाल ख्याल रखिए, अंदरों कदे हुण लकड़ां दा ढेर लग्या पिया, अंदरों आपे अग कदे नहीं पैदा होंदी, बाहरों लगू तो अग अंदरों पैदा हो। अंदरों अग पैदा नहीं होनी, बाहरों लाउणी पैनी है। इस तरह सतगुरु जी कहते सारे प्रकार दीयां लकड़ां विच अग छुपी हुई है। सगल बनस्पत मह बै संतर, सगल दूध मैं घीया। दुनिया ते किसी प्रकार का दुध है उहदे विच घ्यो छुपिया होया, समाया होया है, पर निकलदा किवें जुगत नाल। जिवें अग जुगत नाल पैदा होंदी, दुध भी जुगत नाल निकलदा है। पहला उन्होंने जमाना पैंदा है, बड़े तरीके अपनाने पैंदे, रखना पैंदा है, फिर उन्होंने रिड़कना पैंदा है, फिर मक्खन निकलदा उन्होंने गर्म करना पैंदा है। फिर समय बाद जाके किते बेशकीमती घ्यो निकलदा है, ते घ्यो फिर जिन्ना चिर मर्जी रखी रखो खराब नहीं हुंदा। ये भी तरीका हुंदा ना, एक दुध छेती खराब हो जाता है, दही थोड़े समय बाद खराब हो जाता है, लस्सी खराब हो जाती है, मक्खन भी खराब हो जाता है। पर जो घ्यो बन जाए तो घ्यो खराब नहीं हुंदा, तरीके नाल जदों निकल गया। दुध तो वही है, दुध दे विचों ही घ्यो निकलिया। दुध एक दिन नहीं कढ़दा, ते जिहड़ा घ्यो है असीं किन्ने किन्ने साल रख लैने आ। पर तरीका आ गया एक रखण दा, ते इसे तरह सतगुरु जी कहते दुध दे विच ही घ्यो सी, कढ़ण दा तरीका आ गया, मिल गया, प्राप्त हो गया बेशकीमती। तो याद रखियो दुध की कीमत घट होंदी है, वादी वादी फिर कीमत भी बड़ी हो जाती है। जिहड़ा दुध 60 रुपये किलो मिलता है, तो उही घ्यो जिहड़ा जाके किलो के हिसाब नाल किन्ना बन जाता है, आपां देखते हैं 1000 रुपये किलो, 1500 रुपये किलो, कीमत भी वध गई, क्योंकि वो निकले आया विचों। ते सतगुरु जी कहते दुध दे विच ही घ्यो छुपिया होया सी, दुध दे विच ही घ्यो सी, पर दिसिया नहीं। इस तरह सतगुरु जी समझाउणा की चाहुंदे, गुरु पंचम पातशाह जी कहते आ जिवें अग लकड़ दे विच अग है, दुध दे विच घ्यो है, इस तरह बंदिया तू भी समझिया कर, अपने मन नूं समझाया कर। ऊच नीच मैं जोत समाणी, घट घट माधो जीया। उच्चा ते नीवा, छोटा ते वड्डा, हरेक दे विच परमात्मा दी जोत जग रही है। तू अपने आप नूं ना इन्ना वड्डा समझी जाया करके मैं बड़ा वड्डा बन गया। जोत तेरे विच भी वही परमात्मा दी है, ते एक जानवर विच भी वही परमात्मा है। जोत सब दे विच इक्को जी जग रही है। सब में जोत जोत है सोए, तिसदा चानण सब में चानण होए। सतगुरु जी कहते जोत जिहड़ी जग रही है ना, पावर जिहड़ी चल रही है, सब दे विच इक्को जी चल रही है। ऊच भावें उच्चा है, नीच भावें नीवा है, वड्डा भावें छोटा है। हाथी विच भी उही परमात्मा की जोत जग रही, कीड़ी दे विच भी उही जोत जग रही है। ऊच नीच मह जोत समाणी, सब दे विच परमात्मा की पावर वरत रही है, जग रही जोत। घट घट माधो जीया, घट कहते हिरदे नूं। हुण कीड़ी का भी हिरदा है, तो एक हाथी का भी हिरदा, तो बंदे का भी हिरदा है। सब दे अंदर परमात्मा बैठा है। घट घट माधो जीया, एक जीया जंतु के अंदर भी वाहिगुरु बैठा है। इसे करके तो कह दिता घट घट मैं हरजू वसै, संतन कहो पुकार। संतन कहते परमात्मा नूं जानन वाले उहदे भगत नूं। क्यों भगतां ने पुकार के कह दिता भी हर पासे वाहिगुरु ही वाहिगुरु बैठा है, हर दे अंदर परमात्मा ही परमात्मा बैठा है।
ਜਦੋਂ ਅਸੀਂ ਕਹਿੰਦੇ ਹਾਂ ਨਾ ਹਰ ਦੇ ਅੰਦਰ ਹੀ ਪਰਮਾਤਮਾ ਆ ਗਿਆ, ਹਰ ਹਰੀ ਪਰਮਾਤਮਾ ਨੂੰ ਕਹਿੰਦੇ ਆ। ਜਿੰਨੇ ਵੀ ਦੁਨੀਆ ਤੇ ਨਾਮ ਹੈ, ਸਭ ਦੇ ਨਾਮ ਭਾਵੇਂ ਚੇਤੇ ਕਰੀਏ ਤੇ ਉਹਨਾਂ ਦੇ ਵਿੱਚੋਂ ਪਰਮਾਤਮਾ ਦੀ ਝਲਕ ਪੈਂਦੀ ਹੈ। ਕਿਸੇ ਦਾ ਅਸੀਂ ਨਾਮ ਲੈਂਦੇ ਹਾਂ ਨਾ ਤੇ ਉਹਦੇ ਵਿੱਚੋਂ ਵੀ ਪਰਮਾਤਮਾ ਦੀ ਝਲਕ ਪੈਂਦੀ ਹੈ। ਪਰਮਾਤਮਾ ਪਰਮੇਸ਼ਰ ਉਹਦੇ ਨਾਮ ਦੇ ਵਿੱਚ ਹੀ ਵਸਿਆ ਹੋਇਆ। ਜਿੰਨੇ ਵੀ ਨਾਮ ਰੱਖੇ, ਭਾਵੇਂ ਸਾਡੇ ਧੀਆਂ ਪੁੱਤਰਾਂ ਦੇ ਨਾਮ, ਬੱਚਿਆਂ ਦੇ ਨਾਮ, ਰਿਸ਼ਤੇਦਾਰਾਂ ਦੇ ਨਾਮ, ਸਭ ਦੇ ਅੰਦਰ ਪਰਮਾਤਮਾ ਦੀ ਝਲਕ ਪੈਂਦੀ। ਉਹ ਪਰਮਾਤਮਾ ਆਪ ਬੈਠਾ ਹੈ, ਅੰਦਰ ਵੀ ਆਪ ਬੈਠਾ। ਉਹਨਾਂ ਦਾ ਜਦੋਂ ਨਾਮ ਲੈਂਦੇ ਆ ਤੇ ਉਦੋਂ ਨਾਮ ਵਿੱਚੋਂ ਵੀ ਪਰਮਾਤਮਾ ਦੀ ਝਲਕ ਪੈਂਦੀ। ਇਸ ਕਰਕੇ ਘਟ ਘਟ ਮਾਧੋ ਜੀਆ, ਹਰ ਇੱਕ ਹਿਰਦੇ ਵਿੱਚ ਪਰਮਾਤਮਾ ਬੈਠਾ ਹੈ। ਉਹ ਮਾਧੋ ਪਰਮੇਸ਼ਰ ਬੈਠਾ ਹੈ। ਸੰਤੋ ਘਟ ਘਟ ਰਹਿਆ ਸਮਾਇਓ, ਉਹ ਹਰੀ ਪਰਮਾਤਮਾ ਘਟ ਘਟ ਦੇ ਅੰਦਰ ਸਮਾਇਆ ਹੋਇਆ। ਜਿਵੇਂ ਅੱਗ ਲੱਕੜ ਦੇ ਵਿੱਚ ਸਮਾਈ ਹੈ, ਦੁੱਧ ਘਿਓ ਦੇ ਵਿੱਚ ਸਮਾਇਆ, ਘਿਓ ਦੁੱਧ ਦੇ ਵਿੱਚ ਸਮਾਇਆ ਹੋਇਆ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ, ਸਾਧ ਸੰਗਤ ਜੀ ਗੁਰਮੁਖ ਪਿਆਰਿਓ, ਸੰਤੋ ਘਟ ਘਟ ਰਹਿਆ ਸਮਾਇਓ, ਘਟ ਘਟ ਦੇ ਵਿੱਚ ਸਮਾਇਆ ਹੋਇਆ। ਭੁਲੇਖੇ ਜਿਹੜੇ ਬੰਦੇ ਨੇ ਪਾਏ ਹੋਏ ਆ, ਪਰਮਾਤਮਾ ਸਭ ਦੇ ਅੰਦਰ ਹੀ ਬੈਠਾ ਹੈ। ਭੁਲੇਖਿਆਂ ਦਾ ਕਰਕੇ ਸੰਸਾਰ ਬਣਿਆ ਹੈ। ਜਿਹਦੇ ਭੁਲੇਖੇ ਹੀ ਚੱਕੀ ਗਏ ਤੇ ਸੰਸਾਰ ਖਤਮ ਹੋ ਜਾਣਾ ਹੈ। ਉਹਦੇ ਵਾਸਤੇ ਸੋਨਾ ਵੀ ਇੱਕ ਬਰੋਬਰ ਤੇ ਮਿੱਟੀ ਵੀ ਇੱਕ ਬਰੋਬਰ, ਵਡਿਆਈ ਵੀ ਇੱਕ ਬਰੋਬਰ ਤੇ ਨਿੰਦਿਆ ਵੀ ਇੱਕ ਬਰੋਬਰ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਜਦੋਂ ਇਹ ਚੀਜ਼ਾਂ ਖਤਮ ਹੋ ਗਈਆਂ ਤੇ ਫਿਰ ਸੰਸਾਰ ਮਿੱਟੀ ਲੱਗਣ ਲੱਗ ਪੈਣਾ ਹੈ। ਸੰਸਾਰ ਉਹਨਾਂ ਚਿਰ ਹੀ ਜਿੰਨਾ ਚਿਰ ਸਾਡੇ ਭਰਮ ਭੁਲੇਖੇ ਹੈ, ਵਹਿਮ ਪਏ ਹੋਏ ਆ, ਸਾਨੂੰ ਇਹ ਮਾਇਆ ਦੇ ਜੰਜਾਲ ਪਏ ਹੋਏ ਆ, ਉਹਨਾਂ ਚਿਰ ਸੰਸਾਰ ਹੈ। ਜਦੋਂ ਮਾਇਆ ਦੇ ਜੰਜਾਲ ਕੱਟੇ ਗਏ, ਗੁਰੂ ਸਾਹਮਣੇ ਨਜ਼ਰੀ ਆ ਗਿਆ ਤੇ ਫਿਰ ਸਭ ਕੁਝ ਇੱਕ ਬਰੋਬਰ ਹੀ ਦਿਸਣਾ ਹੈ। ਘਟ ਘਟ ਰਹਿਆ ਸਮਾਇਓ, ਪਰਮਾਤਮਾ ਘਟ ਘਟ ਦੇ ਵਿੱਚ ਰਮਿਆ ਹੋਇਆ ਹੈ। ਪੂਰਨ ਪੂਰ ਰਹਿਓ ਸਰਬ ਮੈਂ ਜਲ ਥਲ ਰਮਈਆ ਹੈਓ, ਉਹ ਪੂਰਾ ਪਰਮੇਸ਼ਰ ਪੂਰਾ ਵਰਤ ਰਿਹਾ ਸਾਰੇ ਸੰਸਾਰ ਵਿੱਚ। ਕਈ ਕਹਿੰਦੇ ਜੀ ਰੱਬ ਹੁਣ ਹੈ ਨਹੀਂ, ਪਹਿਲਾਂ ਹੁੰਦਾ ਸੀ। ਫਿਰ ਸੰਸਾਰ ਕਿਹਦੇ ਸਹਾਰੇ ਖੜਾ ਹੈ? ਬੰਦਾ ਕਿਹਦੇ ਸਹਾਰੇ ਤੁਰਿਆ ਫਿਰਦਾ? ਦਿਨ ਰਾਤ ਕਿਹਦੇ ਸਹਾਰੇ ਹੋ ਰਿਹਾ ਹੈ? ਚੰਦ ਸੂਰਜ ਕਿਹਦੇ ਸਹਾਰੇ ਖੜੇ ਆ? ਇੰਨੇ ਗ੍ਰਹਿ ਕਿਹਦੇ ਸਹਾਰੇ ਖੜੇ ਆ? ਇਹ ਕੋਈ ਕਿਸੇ ਨੇ ਖੜਾਇਆ ਹੋਇਆ ਹੈ ਤਾਂ ਖੜੇ ਆ। ਬੰਦਾ ਐਂ ਕਹਿ ਕੇ ਸਾਰ ਦਿੰਦਾ ਵੀ ਰੱਬ ਤਾਂ ਹੈ ਨਹੀਂ ਜੀ, ਪਹਿਲਾਂ ਹੁੰਦਾ ਸੀ ਸਤਯੁਗ 'ਚ, ਹੁਣ ਹੈ ਨਹੀਂ। ਸਤਿਗੁਰੂ ਜੀ ਕਹਿੰਦੇ ਨਹੀਂ, ਉਹ ਹਰ ਵੇਲੇ ਹੁਣ ਵੀ ਪੂਰਾ ਵਰਤ ਰਿਹਾ ਹੈ। ਪਿਆਰ ਘਟਿਆ ਤਾਂ ਤੇਰਾ ਘਟਿਆ ਪਰਮਾਤਮਾ ਨਾਲੋਂ, ਸ਼ਰਧਾ ਘਟੀ ਤੇ ਤੇਰੀ ਘਟੀ। ਪਰਮਾਤਮਾ ਵਿੱਚ ਕਿਸੇ ਪ੍ਰਕਾਰ ਦੀ ਤੋੜ ਨਹੀਂ ਆਈ, ਕਮੀ ਨਹੀਂ ਆਈ ਹੈ। ਉਹ ਪਰਮਾਤਮਾ ਅੱਜ ਵੀ ਪੂਰਾ ਹੈ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਉਹਨੇ ਸਦਾ ਹੀ ਸੱਚ ਰਹਿਣਾ ਹੈ। ਭਾਵੇਂ ਸੰਸਾਰ ਰਵੇ ਨਾ ਰਵੇ, ਉਹਨੇ ਸੱਚ ਹੀ ਰਹਿਣਾ ਹੈ, ਉਹਨੇ ਸਦਾ ਹੀ ਰਹਿਣਾ ਹੈ। ਪੂਰਨ ਪੂਰ ਰਹਿਓ ਸਰਬ ਮੈਂ, ਪੂਰਾ ਪਰਮੇਸ਼ਰ ਪੂਰਨ ਤੌਰ 'ਤੇ ਵਰਤ ਰਿਹਾ ਹੈ ਸਰਬ ਦੇ ਵਿੱਚ, ਸਾਰਿਆਂ ਦੇ ਵਿੱਚ। ਜਲ ਥਲ ਰਮਈਆ ਹੈ, ਉਹ ਜਲ ਪਾਣੀ, ਥਲ ਧਰਤੀ ਪਤਾਲ, ਰਮਈਆ। ਸਤਿਗੁਰੂ ਜੀ ਕਹਿੰਦੇ ਉੱਤੇ ਆਕਾਸ਼ਾਂ ਵਿੱਚ ਹਰ ਪਾਸੇ, ਕਿੱਥੇ ਭੱਜੇਗਾ ਉਹਦੇ ਤੋਂ? ਹਰ ਪਾਸੇ ਉਹ ਪਰਮਾਤਮਾ ਬੈਠਾ ਹੈ। ਜਲ ਥਲ ਰਮਈਆ, ਰਮਿਆ ਹੋਇਆ ਹੈ ਉਹ ਪਰਮਾਤਮਾ। ਪੌਣ ਪਾਣੀ ਬੈ ਸੰਤਰ ਮਾਹੇ, ਚਾਰ ਕੁੰਟ ਦਾ ਦਿਸੈ ਸਮਾਹੇ। ਉਹ ਹਰ ਪਾਸੇ ਰਮਿਆ ਹੋਇਆ ਹੈ। ਬੜੀ ਵੱਡੀ ਪਾਵਰ ਹੈ। ਉਹਦੇ ਭੈ ਵਿੱਚ, ਉਹਦੇ ਡਰ ਵਿੱਚ ਹਮੇਸ਼ਾ ਰਹੀਏ, ਉਹਦੇ ਮੂਹਰੇ ਹੱਥ ਜੋੜੀ ਰੱਖੀਏ, ਸਦਾ ਹੀ ਉਹਨੂੰ ਪਿਆਰ ਕਰੀਏ। ਜਿਹੜਾ ਪਰਮਾਤਮਾ ਇੰਨੀਆਂ ਪਾਵਰਾਂ ਦਾ ਮਾਲਕ ਹੈ, ਹਰ ਪਾਸੇ ਰਮਿਆ ਹੋਇਆ ਹੈ, ਜਿਹੜਾ ਦੂਰ ਨਹੀਂ ਜਾਂਦਾ ਤੇਰੇ ਤੋਂ, ਸਦਾ ਤੇਰੇ ਨਾਲ ਹੈ। ਉਹ ਪਰਮਾਤਮਾ ਪਰਮੇਸ਼ਰ, ਸਦਾ ਹੀ ਉਹਨੂੰ ਚੇਤੇ ਰੱਖਿਆ ਕਰ। ਰਹਾਉ ਗੁਣ ਨਿਧਾਨ ਨਾਨਕ ਜਸ ਗਾਵੈ, ਸਤਿਗੁਰ ਭਰਮ ਚੁਕਾਇਓ। ਸਤਿਗੁਰੂ ਜੀ ਕਹਿੰਦੇ ਜਿਹੜਾ ਗੁਣ ਗਾਉਂਦਾ ਪਰਮਾਤਮਾ, ਉਹ ਖਜ਼ਾਨੇ ਦੇ ਗੁਣ ਨਿਧਾਨ, ਗੁਣਾਂ ਦਾ ਖਜ਼ਾਨਾ। ਗੁਣ ਨਿਧਾਨ, ਨਿਧਾਨ ਕਹਿੰਦੇ ਖਜ਼ਾਨੇ ਨੂੰ। ਗੁਣ ਨਿਧਾਨ ਨਾਨਕ ਜਸ ਗਾਵੈ। ਸਤਿਗੁਰੂ ਜੀ ਕਹਿੰਦੇ ਜਿਹੜਾ ਉਹਦਾ ਨਾਮ ਜਪਦਾ, ਜਿਹੜਾ ਉਹਦਾ ਜਸ ਗਾਉਂਦਾ ਤੇ ਸੁਣਦਾ, ਸਤਿਗੁਰ ਭਰਮ ਚੁਕਾਇਓ, ਉਹਦੇ ਭਰਮ ਭੁਲੇਖੇ ਪਰਮਾਤਮਾ ਮੇਟ ਦਿੰਦਾ ਹੈ। ਸਾਰੇ ਭਰਮ ਭੁਲੇਖੇ ਖਤਮ ਕਰ ਦਿੰਦਾ ਹੈ। ਤੇ ਆਪਾਂ ਜਿਵੇਂ ਅੱਗੇ ਵਿਚਾਰ ਕੀਤੀ, ਜਿਹਦੇ ਭਰਮ ਹੀ ਕੱਟੇ ਗਏ ਤੇ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ। ਸਾਹਮਣੇ ਵਾਹਿਗੁਰੂ ਦਿਸ ਜਾਂਦਾ ਹੈ। ਵਾਹਿਗੁਰੂ ਉਹਨਾਂ ਚਿਰ ਦਿਸਦਾ ਨਹੀਂ ਜਿੰਨਾ ਚਿਰ ਸਾਡੇ ਭੁਲੇਖੇ ਆ, ਭਰਮ ਹੈ। ਜਦੋਂ ਭਰਮ ਕੱਟੇ ਗਏ, ਪਰਮਾਤਮਾ ਦੀ ਪ੍ਰਾਪਤੀ ਹੋ ਜਾਣੀ ਹੈ। ਵਾਹਿਗੁਰੂ ਦੀ ਪ੍ਰਾਪਤੀ ਹੋ ਜਾਣੀ ਹੈ। ਜਿੰਨਾ ਚਿਰ ਭਰਮ ਹੈ ਉਹਨਾਂ ਚਿਰ ਵਾਹਿਗੁਰੂ ਨਹੀਂ। ਜਿੰਨਾ ਚਿਰ ਅਸੀਂ ਭਰਮ ਹੀ ਹੈ ਨਾ ਵੀ ਅਸੀਂ ਹਾਂ, ਹਉ ਅਹੰਕਾਰ, ਉਹਨਾਂ ਚਿਰ ਭਰਮ ਹੈ। ਤੇ ਸਤਿਗੁਰੂ ਜੀ ਬਾਣੀ ਅੰਦਰ ਕਹਿੰਦੇ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ।
अनल अगम जैसे लहर में उदद जल केवल जल माही माधवे क्या कहिए भ्रम ऐसा जैसा मानीए होए ना तैसा। ਜਿਹੜਾ ਕੁਝ ਅਸੀਂ ਸਮਝੀ ਖੜੇ ਹਾਂ ਸੰਸਾਰ ਨੂੰ ਸੱਚ, ਆਪਣੇ ਆਪ ਨੂੰ ਸੱਚ, ਸਰੀਰ ਨੂੰ ਸੱਚ, ਪਰਿਵਾਰ ਨੂੰ ਸੱਚ, ਉਹ ਸੱਚ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਵੀ ਬੜਾ ਵੱਡਾ ਭੁਲੇਖਾ ਹੈ। ਜਦੋਂ ਭੁਲੇਖਾ ਕੱਟਿਆ ਗਿਆ, ਜਦੋਂ ਨਾਮ ਜਪੇਗਾ ਉਦੋਂ ਭੁਲੇਖਾ ਕੱਟਿਆ ਜਾਣਾ। ਗੁਣ ਨਿਧਾਨ ਨਾਨਕ ਜਸ ਗਾਵੇ ਸਤਿਗੁਰ ਭਰਮ ਚੁਕਾਇਓ। ਕੇਵਲ ਸਤਿਗੁਰੂ ਪਰਮੇਸ਼ਰ ਵਾਹਿਗੁਰੂ ਵਿੱਚ ਪਾਵਰ ਹੈ ਕਿ ਸਾਡੇ ਭਰਮ ਭੁਲੇਖੇ ਕੱਟ ਸਕਦਾ ਹੈ। ਉਹਦਾ ਜਦੋਂ ਨਾਮ ਜਪਦੇ ਆ ਉਦੋਂ ਭਰਮ ਭੁਲੇਖੇ ਮਿਟ ਜਾਂਦੇ ਆ। ਸਰਬ ਨਿਵਾਸੀ ਸਦਾ ਅਲੇਪਾ ਸਭ ਮੈਂ ਰਹਿਆ ਸਮਾਇਓ। ਤੇ ਸਤਿਗੁਰੂ ਜੀ ਕਹਿੰਦੇ ਜਦੋਂ ਭਰਮ ਭੁਲੇਖੇ ਚੱਕੇ ਗਏ, ਮਿਟ ਗਏ, ਹਉ ਮਰ ਗਈ, ਹਉ ਮੁਆ ਤੇ ਖੁਦਾ ਹੁਆ, ਸਤਿਗੁਰੂ ਜੀ ਕਹਿੰਦੇ ਫਿਰ ਉਦੋਂ ਪਰਮਾਤਮਾ ਸਾਹਮਣੇ ਆ ਜਾਣਾ। ਸਰਬ ਨਿਵਾਸੀ, ਸਾਰਿਆਂ ਥਾਵਾਂ ਦਾ ਵਾਸੀ, ਸਦਾ ਅਲੇਪਾ, ਜਿਹੜਾ ਸਾਰੇ ਸੰਸਾਰ ਵਿੱਚ ਛੁਪਿਆ ਹੋਇਆ ਪਰਮਾਤਮਾ, ਸਭ ਮੈਂ ਰਹਿਆ ਸਮਾਇਓ, ਸਾਰਿਆਂ ਦੇ ਵਿੱਚ ਸਮਾਇਆ ਹੋਇਆ, ਉਹ ਦਿਸ ਜਾਣਾ ਤੈਨੂੰ। ਕੀੜੇ ਦੇ ਵਿੱਚ ਵੀ ਪਰਮਾਤਮਾ ਦਿਸਣ ਲੱਗ ਪੈਣਾ, ਹਾਥੀ ਦੇ ਵਿੱਚ ਵੀ ਪਰਮਾਤਮਾ ਦਿਸਣ ਲੱਗ ਜਾਣਾ, ਜੀਆ ਜੰਤੂ ਦੇ ਵਿੱਚ ਵੀ ਪਰਮਾਤਮਾ ਨਜ਼ਰੀ ਆ ਜਾਣਾ। ਜਦੋਂ ਭਰਮ ਭੁਲੇਖੇ ਚੱਕੇ ਗਏ, ਹਉ ਖਤਮ ਹੋ ਗਈ, ਹੰਕਾਰ ਖਤਮ ਹੋ ਗਿਆ, ਵਾਹਿਗੁਰੂ ਦੀ ਕਿਰਪਾ ਹੋ ਗਈ, ਸਤਿਗੁਰੂ ਜੀ ਕਹਿੰਦੇ ਉਹ ਪਰਮਾਤਮਾ ਸਾਰਿਆਂ ਥਾਵਾਂ 'ਤੇ ਵਸਦਾ ਨਜ਼ਰੀ ਆ ਜਾਣਾ ਜੀ। ਇਹ ਸੀ ਸਤਿਗੁਰੂ ਜੀ ਦਾ ਅੱਜ ਦਾ ਮੁੱਖ ਵਾਕ। ਸਤਿਗੁਰੂ ਜੀ ਇਹ ਉਪਦੇਸ਼ ਕਰਦੇ ਆ, ਸਮਝਾਉਂਦੇ ਆ ਸਾਨੂੰ ਵੀ ਜਿਵੇਂ ਅੱਗ ਲੱਕੜ ਦੇ ਵਿੱਚ ਸਮਾਈ ਹੋਈ ਹੈ, ਦੁੱਧ ਘਿਓ ਦੇ ਵਿੱਚ ਸਮਾਇਆ ਹੋਇਆ ਹੈ। ਬੜੀਆਂ ਉਦਾਹਰਨਾਂ ਹੋਰ ਵੀ ਸਤਿਗੁਰੂ ਨੇ ਬਾਣੀ ਵਿੱਚ ਵੱਖਰੀਆਂ ਵੱਖਰੀਆਂ ਲਈਆਂ, ਜਿਵੇਂ ਫੁੱਲ ਦੇ ਵਿੱਚ ਸੁਗੰਧੀ ਸਮਾਈ ਹੋਈ ਹੈ, ਸੀਸੇ ਦੇ ਵਿੱਚ ਪਰਛਾਵਾਂ ਸਮਾਇਆ ਹੋਇਆ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਬੰਦਿਆ ਤੇਰੇ ਅੰਦਰ ਪਰਮਾਤਮਾ ਸਮਾਇਆ ਹੋਇਆ, ਉਹਨੂੰ ਲੱਭਣ ਦਾ ਯਤਨ ਕਰਿਆ ਕਰ, ਮਿਲਣ ਦੀ ਕੋਸ਼ਿਸ਼ ਕਰਿਆ ਕਰ। ਹੈ ਉਹ ਤੇਰੇ ਅੰਦਰ ਹੀ, ਉਹ ਤੈਥੋਂ ਦੂਰ ਨਹੀਂ ਹੈ, ਸਦਾ ਹੀ ਅੰਗ ਸੰਗ ਹੈ। ਉਸ ਪਰਮਾਤਮਾ ਨੂੰ ਜਾਣਿਆ ਕਰ। ਜਦੋਂ ਭੈ ਵਿੱਚ ਰਵਾਂਗੇ ਤੇ ਉਹਨੇ ਹੌਲੀ ਹੌਲੀ ਵਾਹਿਗੁਰੂ ਨੇ ਨਜ਼ਦੀਕੀਆਂ ਘਟਾਉਣ ਲੱਗ ਜਾਣਾ ਹੈ, ਦਿਸਣ ਲੱਗ ਪੈਣਾ ਹੈ, ਸਮਝ ਆਉਣ ਲੱਗ ਜਾਣੀ ਉਸ ਪਰਮਾਤਮਾ ਦੀ। ਸਤਿਗੁਰੂ ਜੀ ਕਹਿੰਦੇ ਜਿਹਦੇ ਭਰਮ ਭੁਲੇਖੇ ਮਿਟ ਜਾਂਦੇ, ਕੱਟੇ ਜਾਂਦੇ ਆ, ਬਾਣੀ ਪੜ੍ਹ ਕੇ ਕੱਟੇ ਜਾਂਦੇ ਆ ਭਰਮ ਭੁਲੇਖੇ, ਫਿਰ ਉਹਨੂੰ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਜੀ। ਇਹ ਸੀ ਸਤਿਗੁਰੂ ਜੀ ਦਾ ਅੱਜ ਦਾ ਮੁੱਖ ਵਾਕ। ਆਪ ਸੰਗਤਾਂ ਨੇ ਬੜੇ ਪਿਆਰ ਸਹਿਤ ਬੈਠ ਕੇ ਸਰਵਣ ਕੀਤਾ ਜੀ। ਗਲਤੀਆਂ ਭੁੱਲਾਂ ਦੀ ਖਿਮਾ, ਅਸੀਸ ਦੇਣੀ ਦੇਹੋ ਸੱਜਣ ਆਸੀਸੜੀਆਂ, ਜੇ ਹੋਵੈ ਸਾਹਿਬ ਸਿਉ ਮੇਲ। ਬੁਲਾਓ ਫਤਿਹ ਜੀ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।